ਗੁਰੂ ਰੂਪ ਪਿਆਰੀ ਸਾਧ ਸੰਗਤ, ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਮਿਹਨਤੀ, ਬਹੁਤ ਹੀ ਨਫੀਸ ਇਨਸਾਨ ਰਹਿੰਦਾ ਸੀ। ਪਰਮਾਤਮਾ ਦੀ ਉਸ 'ਤੇ ਬੜੀ ਕਿਰਪਾ ਸੀ। ਜਿਸ ਵੀ ਚੀਜ਼ ਨੂੰ ਹੱਥ ਪਾਇਆ ਕਰਦਾ ਉਹ ਜਿਵੇਂ ਸੋਹਣਾ ਹੋ ਜਾਇਆ ਕਰਦੀ ਸੀ। ਉਸ ਦੇ ਮਾਂ-ਬਾਪ ਵੀ ਉਸ ਤੋਂ ਬਹੁਤ ਖੁਸ਼ ਸਨ। ਉਸ ਦਾ ਛੋਟਾ ਭਰਾ ਵੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਸੀ ਕਿ ਮੈਨੂੰ ਪਰਮਾਤਮਾ ਨੇ ਇੰਨਾ ਮਿਹਨਤੀ ਇਨਸਾਨ ਭਰਾ ਦੇ ਰੂਪ ਵਿੱਚ ਦਿੱਤਾ ਹੈ। ਸਮਾਂ ਪਿਆ, ਜਦੋਂ ਉਹ ਵੱਡਾ ਹੋਇਆ, ਬਹੁਤ ਸੋਹਣਾ ਕਾਰੋਬਾਰ ਕਰਨ ਲੱਗਿਆ। ਜਦ ਵੀ ਕੋਈ ਲੋੜਵੰਦ, ਕੋਈ ਜ਼ਰੂਰਤਮੰਦ ਉਸ ਤੋਂ ਮਦਦ ਲੈਣ ਪਹੁੰਚਦਾ ਤਾਂ ਉਹ ਉਸ ਦੀ ਦਿਲ ਖੋਲ੍ਹ ਕੇ ਮਦਦ ਕਰਿਆ ਕਰਦਾ ਤੇ ਬਦਲੇ ਵਿੱਚ ਵੀ ਉਹ ਕਿਸੇ ਤੋਂ ਕੋਈ ਉਮੀਦ ਨਹੀਂ ਸੀ ਰੱਖਦਾ। ਜਦੋਂ ਸਮਾਂ ਆਇਆ, ਉਸ ਦੇ ਘਰ ਵਾਲਿਆਂ ਨੇ ਬਹੁਤ ਹੀ ਮਿਹਨਤੀ, ਬਹੁਤ ਹੀ ਪੜ੍ਹੀ ਲਿਖੀ ਇੱਕ ਕੰਨਿਆ ਦੇ ਨਾਲ ਉਸ ਦਾ ਵਿਆਹ ਕਰ ਦਿੱਤਾ। ਕੁਝ ਸਾਲ ਬੀਤੇ, ਕੁਝ ਵਰ੍ਹੇ ਲੰਘੇ ਤਾਂ ਉਸ ਦੇ ਘਰ 2 ਬੱਚੀਆਂ ਦਾ ਜਨਮ ਹੋਇਆ। ਉਹ ਹੁਣ ਸਮਝਦਾ ਸੀ ਕਿ ਜਿੰਨੀ ਕਿਰਪਾ ਸਾਡੇ ਪਰਿਵਾਰ ਤੇ ਪਰਮਾਤਮਾ ਦੀ ਹੈ, ਇੰਨੀ ਕਿਸੇ ਹੋਰ ਤੇ ਸ਼ਾਇਦ ਹੀ ਹੋਵੇ। ਆਪਣੇ ਪਰਿਵਾਰ ਨੂੰ ਉਹ ਪੂਰਨ ਪਰਿਵਾਰ ਦੇ ਤੌਰ ਤੇ ਦੇਖਦਾ ਸੀ। ਉਹ ਸਮਝਦਾ ਸੀ ਕਿ ਅਸੀਂ ਬਹੁਤ ਖੁਸ਼ਨਸੀਬ ਹਾਂ ਕਿ ਸਾਰਾ ਪਰਿਵਾਰ ਇਕੱਠੇ ਬੈਠਦੇ ਹਾਂ, ਇਕੱਠੇ ਅਸੀਂ ਖਾਣਾ ਖਾਂਦੇ ਹਾਂ। ਸਾਰੇ ਲੋਕ ਸਮਝਦਾਰ ਨੇ, ਸੂਝਵਾਨ ਨੇ। ਪਰ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਦਿਨ ਕੰਮਕਾਰ ਤੋਂ ਵਾਪਸ ਪਰਤਦਿਆਂ ਉਹ ਦੁਰਘਟਨਾਗ੍ਰਸਤ ਹੋ ਗਿਆ ਅਤੇ ਉਸ ਦੀ ਜਾਨ ਚਲੀ ਗਈ। ਹੁਣ ਉਸ ਦੇ ਪਰਿਵਾਰ ਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਕਿਸੇ ਨੂੰ ਕੁਝ ਨਹੀਂ ਸੀ ਸਮਝ ਆਉਂਦੀ। ਉਸ ਦੀ ਘਰਵਾਲੀ ਸਭ ਤੋਂ ਜ਼ਿਆਦਾ ਅਤਿਅੰਤ ਦੁਖੀ ਸੀ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ 2 ਛੋਟੀਆਂ ਬੱਚੀਆਂ ਨੇ ਤੇ ਹੁਣ ਮੈਂ ਕੀ ਕਰਾਂ। ਉਸ ਨੂੰ ਇੱਕੋ ਇੱਕ ਉਮੀਦ ਸੀ ਕਿ ਇਹ ਪਰਿਵਾਰ ਮੈਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਵੇਗਾ ਤੇ ਇਹ ਦੁੱਖ ਦੀ ਘੜੀ ਵਿੱਚੋਂ ਅਸੀਂ ਉੱਭਰ ਜਾਵਾਂਗੇ, ਨਿਕਲ ਜਾਵਾਂਗੇ। ਪਰ ਉਸ ਪਰਿਵਾਰ ਨੇ ਰਾਤੋਂ ਰਾਤ ਰੰਗ ਬਦਲ ਲਏ। ਉਸ ਨਾਲ ਮਾੜਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ 2 ਟਾਈਮ ਦੀ ਰੋਟੀ ਵੀ ਰੱਜਵੀਂ ਨਾ ਦਿੰਦੇ, ਨਾ ਹੀ ਉਸ ਦੀਆਂ ਬੱਚੀਆਂ ਦੀ ਦੇਖਭਾਲ ਕਰਦੇ। ਸਾਰਾ ਦਿਨ ਉਹਨਾਂ ਨੂੰ ਕੋਸਦੇ, ਉਸ ਤੋਂ ਇਸ ਤਰ੍ਹਾਂ ਕੰਮ ਲੈਂਦੇ ਕਿ ਜਿਵੇਂ ਉਹ ਕੋਈ ਉਸ ਘਰ ਦੀ ਕੰਮ ਕਰਨ ਵਾਲੀ ਹੁੰਦੀ, ਘਰ ਦੀ ਮਾਲਕਿਨ ਨਹੀਂ। ਉਸ ਦੇ ਨਾਲ ਇੰਨਾ ਕੁ ਬੁਰਾ, ਸ਼ਦੀਦ ਬੁਰਾ ਵਿਹਾਰ ਹੁੰਦਾ ਕਿ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ ਕਿ ਸ਼ਾਇਦ ਉਹ ਇੱਕ ਗਲਤ ਥਾਂ ਤੇ ਹੈ। ਅੰਤ ਦੇ ਵਿੱਚ ਕੁਝ ਮਹੀਨਿਆਂ ਬਾਅਦ ਉਸ ਦੀ ਸੱਸ ਨੇ ਉਸ ਨੂੰ ਕਹਿ ਦਿੱਤਾ ਕਿ ਦੇਖ, ਜਿਹਦੇ ਨਾਲ ਤੇਰਾ ਨਾਤਾ ਜੁੜਿਆ ਸੀ ਉਹ ਇਸ ਜਹਾਨ ਤੇ ਨਹੀਂ ਰਿਹਾ। ਹੁਣ ਨਾ ਤਾਂ ਤੂੰ ਸਾਡੀ ਕੁਛ ਲੱਗਦੀ ਹੈ ਤੇ ਨਾ ਹੀ ਤੇਰੀਆਂ ਬੱਚੀਆਂ। ਬਿਹਤਰ ਹੋਵੇਗਾ ਕਿ ਆਪਣੀਆਂ ਬੱਚੀਆਂ ਨੂੰ ਇੱਥੋਂ ਲੈ ਕੇ ਆਪਣੇ ਪੇਕੇ ਘਰ ਚਲੀ ਜਾ। ਜਦੋਂ ਉਹ ਪੇਕੇ ਘਰ ਗਈ ਤਾਂ ਉਹਨਾਂ ਨੇ ਵੀ ਮੱਥੇ ਤੇ ਤਿਉੜੀ ਪਾ ਲਈ। ਉੱਥੇ ਕਮਾਈ ਕਰਨ ਵਾਲਾ ਸਿਰਫ ਉਸ ਦਾ ਭਰਾ ਸੀ। ਉਸ ਦੇ ਮਾਂ-ਪਿਓ ਬਿਰਧ ਸਨ ਤੇ ਉਸ ਦੀ ਜਿਹੜੀ ਭਰਜਾਈ ਸੀ ਉਹ ਵੀ ਉਸ ਦੇ ਨਾਲ ਚੰਗਾ ਵਿਹਾਰ ਨਹੀਂ ਸੀ ਕਰਦੀ। ਉਸ ਨੇ ਕੁਛ ਦਿਨ ਤਾਂ ਉਸ ਨੂੰ ਰੋਟੀ ਪਾਣੀ ਦਿੱਤਾ ਤੇ ਫਿਰ ਉਸ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ, ਦੇਖ, ਤੂੰ ਸਾਡੇ ਘਰ ਤੇ ਬੋਝ ਹੈ। ਜੇ ਤੂੰ ਚਾਹੁੰਦੀ ਹੈ ਕਿ ਤੈਨੂੰ ਰੋਟੀ ਪਾਣੀ ਮਿਲੇ ਤਾਂ ਇੱਕ ਗੱਲ ਸੁਣ, ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਨੇ ਪਿਆ ਕਰਨਗੇ। ਅਸੀਂ ਦੂਰੇ ਖਰਚੇ ਨਹੀਂ ਕਰ ਸਕਦੇ, ਅਸੀਂ ਕੰਮ ਵਾਲੀ ਹਟਾ ਰਹੇ ਹਾਂ। ਉਸ ਨੇ ਸੁਬਾਹ ਲੱਗਣਾ, ਰਾਤ ਤੱਕ ਕੰਮਕਾਰ ਕਰਦੇ ਰਿਹਾ ਕਰਨੇ। ਕਦੇ ਕਦੇ ਤਾਂ ਉਸ ਨੂੰ ਬਾਹਰੋਂ ਕੁਝ ਖਰੀਦਣ ਲਈ ਵੀ ਭੇਜ ਦਿੱਤਾ ਜਾਂਦਾ ਜਦੋਂ ਉਸ ਦਾ ਭਰਾ ਘਰ ਨਹੀਂ ਸੀ ਹੁੰਦਾ। ਕਦੇ ਕਦੇ ਉਸ ਨੂੰ ਕਹਿ ਦਿੱਤਾ ਜਾਂਦਾ ਕਿ ਅੱਜ ਚੁੱਲ੍ਹੇ ਦੇ ਵਿੱਚ ਬਾਲਣ ਲਈ ਤੂੰ ਬਾਲਣ ਇਕੱਠਾ ਕਰਕੇ ਲਿਆ। ਉਹ ਸ਼ਦੀਦ ਦੁਖੀ ਹੋ ਗਈ। ਇਸ ਤੋਂ ਵੱਡਾ ਦੁੱਖ ਉਸ ਨੂੰ ਇਹ ਸੀ ਕਿ ਇਹ ਸਾਰਾ ਕੁਝ ਉਸ ਦੇ ਮਾਪਿਆਂ ਨੂੰ ਪਤਾ ਹੈ, ਪਰ ਫਿਰ ਵੀ ਉਹ ਮੇਰੇ ਹੱਕ ਵਿੱਚ ਇੱਕ ਸ਼ਬਦ ਤੱਕ ਨਹੀਂ ਬੋਲ ਰਹੇ। ਹੁਣ ਉਹ ਬਿਰਧ ਇਨਸਾਨ, ਦੋਵੇਂ ਜੀ ਇਹ ਸੋਚਦੇ ਸਨ ਕਿ ਸਾਨੂੰ ਰੋਟੀ ਪਾਣੀ ਮਿਲ ਰਿਹਾ ਹੈ। ਜੇ ਅਸੀਂ ਆਪਣੀ ਨੂੰਹ ਨੂੰ ਕੁਝ ਕਹਿ ਦਿੱਤਾ ਤਾਂ ਇਹ ਨਾ ਹੋਵੇ ਕਿ ਸਾਡੇ ਖਿਲਾਫ ਵੀ ਬਗਾਵਤ ਖੜੀ ਹੋ ਜਾਏ ਤੇ ਕੱਲ੍ਹ ਨੂੰ ਸਾਡਾ ਰੋਟੀ ਪਾਣੀ ਵੀ ਬੰਦ ਹੋ ਜਾਏ। ਫਿਰ ਇੱਕ ਦਿਨ ਉਹ ਬਾਜ਼ਾਰ 'ਚੋਂ ਕੁਝ ਲੈਣ ਲਈ ਗਈ ਹੋਈ ਸੀ ਤਾਂ ਰਸਤੇ ਦੇ ਵਿੱਚ ਦੇਖਿਆ ਉਸਨੇ ਕਿ ਬੇਜ਼ਬਾਨ ਜਾਨਵਰ, ਰੱਬ ਦਾ ਦਰਵੇਸ਼, ਇੱਕ ਕੁੱਤਾ ਰਾਹ ਦੇ ਨਾਲ ਇੱਕ ਰੁੱਖ ਦੇ ਥੱਲੇ ਬੈਠਾ ਚੂਕ ਰਿਹਾ ਸੀ। ਉਸ ਦੇ ਉੱਪਰੋਂ ਸ਼ਾਇਦ ਕੋਈ ਭਾਰੀ ਭਰਕਮ ਚੀਜ਼ ਗੁਜ਼ਰ ਗਈ ਸੀ। ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਜ਼ਖਮੀ ਸੀ। ਉਹ ਉੱਥੋਂ ਹੀ ਉਸ ਕੁੱਤੇ ਨੂੰ ਚੁੱਕ ਕੇ ਵਾਪਸ ਲੈ ਆਈ ਤੇ ਪਸ਼ੂਆਂ ਦਾ ਜਿਹੜਾ ਵਾੜਾ ਸੀ ਉੱਥੇ ਲਿਆ ਕੇ ਉਸਨੇ ਉਸ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਉਸ ਦੀ ਮਲਮ ਪੱਟੀ ਕੀਤੀ, ਉਸ ਨੂੰ ਖਾਣ ਪੀਣ ਲਈ ਕੁਝ ਦਿੱਤਾ। ਕਈ ਦਿਨ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ। ਉਹ ਆਪਣੇ ਕੰਮਕਾਰ ਨਿਬੇੜਦੀ, ਨਾਲੋਂ ਨਾਲ ਉਸ ਕੁੱਤੇ ਦੀ ਦੇਖਭਾਲ ਵੀ ਕਰਦੀ। ਇੱਕ ਦਿਨ ਉਸ ਦੀ ਭਾਬੀ ਨੂੰ ਇਹ ਗੱਲ ਪਤਾ ਲੱਗ ਗਈ ਤੇ ਉਸਨੇ ਘਰ ਵਿੱਚ ਫਿਰ ਤੋਂ ਹੰਗਾਮਾ ਕੀਤਾ, ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਉਸ ਦੇ ਭਰਾ ਨੂੰ ਦੱਸਿਆ ਕਿ ਦੇਖੋ, ਇਸ ਤਰੀਕੇ ਨਾਲ ਇਹ ਸਾਡੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੀ ਹੈ। ਪਹਿਲਾਂ ਤਾਂ ਇਹਦਾ ਖਾਣਾ ਪਾਣੀ ਸਾਨੂੰ ਪੂਰਾ ਕਰਨਾ ਪੈਂਦਾ ਹੈ, ਫਿਰ ਇਹਦੀਆਂ ਬੱਚੀਆਂ ਦਾ ਵੀ ਧਿਆਨ ਰੱਖਦੇ ਹਾਂ ਤੇ ਹੁਣ ਇਸਨੇ ਗਾਂ ਜਾਨਵਰ ਪਾਲਣ ਦਾ ਇੱਕ ਨਵਾਂ ਸ਼ੌਂਕ ਪਾਲ ਲਿਆ। ਉਸਨੇ ਦੋਵਾਂ ਦੇ ਅੱਗੇ ਬੇਨਤੀ ਕੀਤੀ ਕਿ ਦੇਖੋ, ਮੈਂ ਤੁਹਾਡੇ ਤੋਂ ਕੁਝ ਵੱਖਰਾ ਨਹੀਂ ਲੈਂਦੀ। ਜੋ ਕੁਝ ਤੁਸੀਂ ਮੈਨੂੰ ਖਾਣ ਲਈ ਦੇ ਰਹੇ ਹੋ ਉਹਦੇ ਵਿੱਚੋਂ ਮੈਂ ਇਸ ਦਰਵੇਸ਼ ਨੂੰ, ਰੱਬ ਦੇ ਜੀ ਨੂੰ ਪਾ ਦਿੰਦੀ ਹਾਂ। ਫਿਰ ਕਿਸ ਗੱਲ ਦੀ ਲੜਾਈ, ਕਿਸ ਗੱਲ ਦਾ ਹੰਗਾਮਾ। ਉਸ ਦੇ ਭਰਾ ਨੇ ਕਿਹਾ ਕਿ ਹਾਂ, ਗੱਲ ਤਾਂ ਠੀਕ ਕਹਿ ਰਹੀ ਹੈ। ਜੇ ਇਹ ਕੁਛ ਖਾਂਦੀ ਹੈ ਤਾਂ ਸਾਡੇ ਕੰਮ ਵੀ ਤਾਂ ਕਰਦੀ ਹੈ। ਤੂੰ ਬਿਨਾਂ ਗੱਲ ਤੋਂ ਕਲੇਸ਼ ਨਾ ਕਰਿਆ ਕਰ। ਥੋੜ੍ਹੇ ਦਿਨ ਉਹ ਸਾਰਾ ਕੁਝ ਉਸਨੇ ਸਮੇਟ ਲਿਆ, ਸੰਭਲ ਗਈ, ਰੌਲਾ ਰੱਪਾ ਨਾ ਪਾਇਆ। ਪਰ ਉਸਦੇ ਮਨ ਵਿੱਚ ਉਹਦੇ ਪ੍ਰਤੀ ਈਰਖਾ ਬਹੁਤ ਵੱਧ ਗਈ ਸੀ। ਹੁਣ ਉਹ ਚਾਹੁੰਦੀ ਸੀ ਕਿ ਕਿਤੋਂ ਨਾ ਕਿਤੋਂ ਕੋਈ ਇੱਕ ਬਹਾਨਾ ਮਿਲੇ ਤੇ ਇਸ ਨੂੰ ਘਰੋਂ ਬਾਹਰ ਕੱਢ ਦਿਆਂ। ਇਸੇ ਤਰੀਕੇ ਨਾਲ ਹੋਇਆ।
ਇੱਕ ਦਿਨ ਉਹ ਕੁੱਤਾ ਜਦੋਂ ਬਿਲਕੁਲ ਠੀਕ ਠਾਕ ਹੋ ਗਿਆ ਤਾਂ ਉਹ ਭੱਜ ਕੇ ਘਰ ਦੀ ਛੱਤ ਦੇ ਉੱਤੇ ਚੜ ਗਿਆ ਤੇ ਉਹਦੇ ਪਿੱਛੇ ਹੀ ਉਸਦੇ ਭਰਾ ਦਾ ਜਵਾਕ ਭੱਜ ਕੇ ਉਹਦੇ ਪਿੱਛੇ ਚੜ ਗਿਆ। ਕੁੱਤੇ ਨੇ ਤਾਂ ਛਾਲ ਮਾਰ ਦਿੱਤੀ ਤੇ ਕੁੱਤੇ ਨੂੰ ਵੇਖ ਕੇ ਉਸ ਬੱਚੇ ਨੇ ਵੀ ਛਾਲ ਮਾਰ ਦਿੱਤੀ। ਥੱਲੇ ਮਿੱਟੀ ਪਈ ਹੋਈ ਸੀ, ਥਾਂ ਪੋਲਾ ਸੀ। ਬੱਚੇ ਨੂੰ ਵੱਡੀ ਸੱਟ ਨਹੀਂ ਲੱਗੀ ਪਰ ਛੋਟੀਆਂ-ਮੋਟੀਆਂ ਕਾਫੀ ਸੱਟਾਂ ਲੱਗ ਗਈਆਂ। ਉਸ ਦੀ ਭਰਜਾਈ ਨੇ ਫਿਰ ਤੋਂ ਉਹੀ ਹੰਗਾਮਾ ਕਲੇਸ਼ ਸ਼ੁਰੂ ਕਰ ਦਿੱਤਾ। ਰਾਤ ਨੂੰ ਜਦੋਂ ਉਸਦਾ ਭਰਾ ਘਰੇ ਆਇਆ, ਉਸਨੇ ਇੰਨਾ ਹੰਗਾਮਾ ਕੀਤਾ ਕਿ ਰਾਤ ਵੇਲੇ ਉਸ ਨੂੰ ਘਰੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਇੱਥੇ ਨਹੀਂ ਆਉਣਾ। ਅਸੀਂ ਤੇਰੇ ਲਈ ਬਹੁਤ ਕੁਝ ਕੀਤਾ ਹੈ, ਬਸ ਹੁਣ ਸਾਨੂੰ ਮੁਆਫ ਕਰ ਦੇ। ਆਪਣੀਆਂ ਬੱਚੀਆਂ ਨੂੰ ਨਾਲ ਲੈ ਜਾ ਤੇ ਜਿੱਥੇ ਤੈਨੂੰ ਠੀਕ ਲੱਗਦਾ ਹੈ ਉੱਥੇ ਜਾ ਕੇ ਵਸ ਲੈ। ਤੇਰਾ ਕੋਲੇ ਪੜ੍ਹਾਈ ਹੈ, ਤੂੰ ਪੜ੍ਹੀ ਲਿਖੀ ਹੈ, ਤੂੰ ਆਪਣਾ ਕੰਮ ਕਰਕੇ ਗੁਜ਼ਾਰਾ ਕਰ ਸਕਦੀ ਹੈ। ਸਾਡੇ ਨਾਲ ਧੱਕੇ ਖਾਣ ਤੋਂ ਬਿਹਤਰ ਹੈ ਕਿ ਕਿਤੇ ਹੋਰ ਚਲੀ ਜਾ। ਉਸਨੇ ਮਾਂ ਪਿਓ ਦੇ ਵੱਲ ਵੇਖਿਆ ਪਰ ਉਹਨਾਂ ਨੇ ਵੀ ਉਸਦਾ ਸਾਥ ਨਾ ਦਿੱਤਾ। ਉਸਨੇ ਦੋਵੇਂ ਬੱਚੀਆਂ ਲਈਆਂ ਤੇ ਨਗਰ ਤੋਂ ਬਾਹਰ ਨੂੰ ਤੁਰ ਗਈ। ਰਾਤ ਦਾ ਵੇਲਾ ਸੀ, ਇਸ ਕਰਕੇ ਬਹੁਤੀ ਦੂਰ ਨਹੀਂ ਸੀ ਜਾ ਸਕਦੀ। ਇੱਕੋ ਥਾਂ ਦਾ ਉਸਨੂੰ ਭਰੋਸਾ ਸੀ, ਇੱਕੋ ਥਾਂ ਦੀ ਉਸਨੂੰ ਉਮੀਦ ਸੀ। ਨਗਰ ਦੇ ਬਾਹਰ ਇੱਕ ਬਹੁਤ ਹੀ ਸਿਆਣਾ, ਇੱਕ ਧਾਰਮਿਕ ਪੁਰਸ਼ ਰਹਿੰਦਾ ਸੀ ਜਿਸ ਨੇ ਹੁਣ ਇੱਕ ਡੇਰਾ ਨੁਮਾ, ਤੁਸੀਂ ਕਹ ਲਓ ਕਿ ਘਰ ਬਣਾ ਲਿਆ ਸੀ। ਉਹਦੇ ਕੋਲ ਜਾ ਕੇ ਉਸਨੇ ਦਰਵਾਜ਼ਾ ਖੜਕਾਇਆ। ਉਸ ਬਜ਼ੁਰਗ ਨੇ ਦੇਖਿਆ ਕਿ ਕੋਈ ਬੱਚੀ ਆਈ ਹੈ, ਬੜਾ ਹੈਰਾਨ ਵੀ ਹੋਇਆ। ਉਸਨੂੰ ਕੁਝ ਪੁੱਛਣਾ ਚਾਹਿਆ। ਉਸਨੇ ਕਿਹਾ ਕਿ ਬਾਬਾ ਜੀ ਸਾਰਾ ਕੁਝ ਸਵੇਰੇ ਦੱਸ ਦਿਆਂਗੇ, ਪਹਿਲਾਂ ਮੈਨੂੰ ਰਾਤ ਕੱਟ ਲੈਣ ਦਿਓ। ਬਾਬੇ ਨੇ ਕਿਹਾ ਕਿ ਕੋਈ ਗੱਲ ਨਹੀਂ, ਤੇਰੇ ਆਪਣੇ ਘਰ ਵਾਂਗ ਹੈ, ਜਿਵੇਂ ਮਰਜ਼ੀ ਤੂੰ ਰਹਿ। ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਤੂੰ ਜਿੰਨਾ ਚਿਰ ਮਰਜ਼ੀ ਰਹਿ, ਜਿੰਨਾ ਚਿਰ ਤੈਨੂੰ ਲੱਗਦਾ ਨਾ ਕਿ ਤੂੰ ਇੱਥੇ ਰਹਿਣਾ ਹੈ ਤੂੰ ਰਹਿ। ਜੇ ਤੂੰ ਕਹਿੰਦੀ ਹੈ ਕਿ ਕੋਈ ਕਾਰੋਬਾਰ ਸ਼ੁਰੂ ਕਰਕੇ ਦੇਵਾਂ ਤੈਨੂੰ, ਤਾਂ ਮੈਂ ਉਹਦੇ ਵਿੱਚ ਵੀ ਤੇਰੀ ਮਦਦ ਕਰ ਸਕਦਾ, ਕਿਉਂਕਿ ਮੈਨੂੰ ਪਤਾ ਹੈ ਤੂੰ ਪੜ੍ਹੀ ਲਿਖੀ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਨਾਲ ਜੋ ਜ਼ੁਲਮ ਹੋਇਆ। ਉਸਨੇ ਕਿਹਾ ਕਿ ਨਹੀਂ, ਮੈਂ ਤੁਹਾਡੇ ਤੋਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਚਾਹੁੰਦੀ। ਮੈਂ ਆਪਣਾ ਕਰਕੇ ਖਾਵਾਂਗੀ, ਇੱਥੇ ਮੈਂ ਸੇਵਾ ਕਰਾਂਗੀ ਤੇ ਆਪੇ ਆਪਣੀ ਰੋਟੀ ਪਾਣੀ ਬਣਾ ਕੇ ਮੈਂ ਖਾ ਲਿਆ ਕਰਾਂਗੀ। ਆਉਣ ਜਾਣ ਵਾਲੇ ਜਿਹੜੇ ਰਾਹੀ ਪਾਂਦੀ ਤੁਹਾਡੇ ਕੋਲੇ ਆਉਂਦੇ ਨੇ, ਉਹਨਾਂ ਲਈ ਵੀ ਮੈਂ ਰੋਟੀ ਪਾਣੀ ਦਾ ਇੰਤਜ਼ਾਮ ਕਰਿਆ ਕਰਾਂਗੀ। ਇਸ ਤੋਂ ਇਲਾਵਾ ਮੈਂ ਸਫਾਈ ਵਗੈਰਾ ਵੀ ਕਰਾਂਗੀ। ਬਸ ਇੱਕੋ ਇੱਕ ਮੈਨੂੰ ਉਮੀਦ ਹੈ ਤੁਹਾਡੇ ਤੋਂ, ਉਹ ਇਹ ਕਿ ਮੇਰੀ ਬੱਚੀਆਂ ਨੂੰ ਵੀ ਤੁਸੀਂ ਵਿੱਦਿਆ ਦਿਓ, ਧਰਮ ਦੀ ਵਿੱਦਿਆ ਵੀ ਦਿਓ, ਨਾਲ ਸਮਾਜਿਕ ਵਿੱਦਿਆ ਵੀ ਦਿਓ। ਉਸ ਦੀਆਂ ਬੱਚੀਆਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਇਨਸਾਨ ਨੇ, ਗੁਰੂ ਪਿਆਰਿਓ, ਕੋਈ ਸਿਆਣੇ ਕਰਮ ਕੀਤੇ ਹੋਣ ਨਾ ਤੇ ਉਹਦੇ ਅੱਗੇ ਜ਼ਰੂਰ ਆਉਂਦੇ ਨੇ। ਉਸ ਦਾ ਪਤੀ ਦੇਵ ਸੀ ਜਿਹੜਾ, ਉਸਨੇ ਬਹੁਤ ਚੰਗੇ ਕਰਮ ਕੀਤੇ ਸਨ। ਉਸਨੇ ਔਖੇ ਵੇਲੇ ਬਹੁਤ ਸਾਰੇ ਲੋਕਾਂ ਦੀ ਬਾਂਹ ਫੜੀ ਸੀ। ਇਸੇ ਦੇ ਚੱਲਦਿਆਂ ਇੱਕ ਇਨਸਾਨ ਜਿਹੜਾ ਉਸ ਤੋਂ ਇੱਕ ਵੱਡੀ ਰਕਮ ਲੈ ਕੇ ਗਿਆ ਸੀ, ਜਿਸਨੇ ਕਾਰੋਬਾਰ ਖੜਾ ਕੀਤਾ ਸੀ, ਹੁਣ ਉਸ ਦਾ ਕਾਰੋਬਾਰ ਬੁਲੰਦੀਆਂ ਤੇ ਪਹੁੰਚ ਗਿਆ ਸੀ। ਉਸ ਦਾ ਮਿੱਤਰ ਸੀ। ਉਹ ਵਾਪਸ ਉਸ ਦੇ ਘਰ ਆਇਆ ਕਿ ਚਲੋ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੇਰੇ ਜਿਹੜੇ ਪੈਸੇ ਇੱਥੋਂ ਫੜੇ ਸੀ ਉਹਦੇ ਨਾਲ ਇੱਕ ਕਾਰੋਬਾਰ ਸ਼ੁਰੂ ਕੀਤਾ ਹੈ। ਉਹ ਕਾਰੋਬਾਰ ਬੁਲੰਦੀਆਂ ਤੇ ਪਹੁੰਚ ਗਿਆ। ਹੁਣ ਉਹਦੇ ਵਿੱਚੋਂ ਹਿੱਸਾ ਲੈਣਾ ਕਿ ਤੂੰ ਆਪਦੀ ਰਾਸ਼ੀ ਵਾਪਸ ਲੈਣੀ ਹੈ, ਵਿਆਜ ਸਮੇਤ ਮੈਂ ਰਾਸ਼ੀ ਮੋੜਨ ਲਈ ਤਿਆਰ ਹਾਂ। ਉਹ ਜਦੋਂ ਘਰੇ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਅਕਾਲ ਚਲਾਣੇ ਕਰ ਗਿਆ। ਫਿਰ ਉਸਨੇ ਪੁੱਛਿਆ ਕਿ ਉਸਦੀ ਘਰਵਾਲੀ ਕਿੱਥੇ ਹੈ। ਕਹਿੰਦੇ ਸਾਨੂੰ ਨਹੀਂ ਪਤਾ, ਸ਼ਾਇਦ ਪੇਕੇ ਘਰ ਹੋਵੇਗੀ। ਉੱਥੇ ਜਾਂਦਾ ਤੇ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ ਇੱਥੋਂ ਵੀ ਛੱਡ ਕੇ ਚਲੇਗੀ। ਪਰ ਉਹ ਜਿਹੜਾ ਕੁੱਤਾ ਸੀ ਜਿਸ ਦੀ ਉਹਨੇ ਸੇਵਾ ਕੀਤੀ ਸੀ, ਉਹ ਉਹਨਾਂ ਦੇ ਘਰ ਹੀ ਰਹਿ ਰਿਹਾ ਸੀ। ਉਸ ਲੜਕੀ ਦੇ, ਉਸ ਔਰਤ ਦੇ ਉਹ ਪੇਕੇ ਘਰ ਰਹਿ ਰਿਹਾ ਸੀ। ਉਸ ਕੁੱਤੇ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਕਿ ਉਸੇ ਦੀ ਗੱਲ ਹੋ ਰਹੀ ਹੈ ਤੇ ਕੁੱਤਾ ਆ ਕੇ ਉਸ ਦੀਆਂ ਲੱਤਾਂ ਵਿੱਚ ਲਿਟਣ ਲੱਗਿਆ। ਉਹ ਵੀ ਇਨਸਾਨ ਸਮਝਦਾਰ ਸੀ। ਉਸ ਨੂੰ ਲੱਗਿਆ ਕਿ ਕੁੱਤਾ ਕੋਈ ਮੈਨੂੰ ਸੰਕੇਤ ਦੇ ਰਿਹਾ ਹੋਵੇ ਜਾਂ ਕੁਝ ਦੱਸਣਾ ਚਾਹ ਰਿਹਾ ਹੋਵੇ। ਉਸਨੇ ਕੁੱਤੇ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ। ਕੁੱਤਾ ਅੱਗੇ, ਉਹ ਪਿੱਛੇ। ਅੰਤ ਨੂੰ ਉਸ ਡੇਰੇ ਤੇ ਪਹੁੰਚ ਗਿਆ। ਜਦੋਂ ਕੁੱਤਾ ਉਸ ਨੂੰ ਉਸ ਔਰਤ ਦੇ ਕਮਰੇ ਦੇ ਬਾਹਰ ਲੈ ਗਿਆ, ਉਸਨੇ ਜਾ ਕੇ ਆਵਾਜ਼ ਮਾਰੀ, ਜਾ ਕੇ ਪੁੱਛਿਆ ਕਿ ਭਾਈ ਤੁਸੀਂ ਉਸ ਇਨਸਾਨ ਦੇ ਨਾਲ ਸੰਬੰਧਿਤ ਹੋ? ਤਾਂ ਉਹਨਾਂ ਨੇ ਦੱਸਿਆ ਕਿ ਮੈਂ ਉਸਦੀ ਘਰਵਾਲੀ ਹਾਂ, ਪਰ ਮੇਰੀ ਮਾੜੀ ਕਿਸਮਤ, ਬਦਕਿਸਮਤੀ ਨੂੰ ਉਹ ਇਸ ਜਹਾਨੋਂ ਕੂਚ ਕਰ ਗਿਆ। ਫਿਰ ਉਸਨੇ ਸਾਰੀ ਕਹਾਣੀ ਉਸਨੂੰ ਸੁਣਾਈ ਕਿ ਕਿਵੇਂ ਮੈਂ ਉਸ ਤੋਂ ਪੈਸੇ ਫੜੇ ਸੀ ਤੇ ਦੱਸ ਦਿੱਤਾ ਕਿ ਮੈਂ ਹੁਣ ਪੈਸੇ ਵਾਪਸ ਕਰਨ ਦਾ ਚਾਹਵਾਨ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਉਸ ਕਾਰੋਬਾਰ ਦੇ ਵਿੱਚ ਹਿੱਸੇਦਾਰੀ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ 3 ਹਿੱਸੇ ਕਾਰੋਬਾਰ ਤੁਹਾਡਾ ਹੈ, ਮੇਰਾ ਤਾਂ ਸਿਰਫ 25% ਹੈ। ਉਹ ਬਹੁਤ ਖੁਸ਼ ਵੀ ਹੋਈ ਤੇ ਨਾਲ ਦੀ ਨਾਲ ਉਸਨੇ ਕਿਹਾ ਕਿ ਦੇਖੋ, ਉਸਨੇ ਜੋ ਕੀਤਾ ਸੀ ਉਸਨੇ ਸ਼ਾਇਦ ਕੋਈ ਉਮੀਦ ਨਾ ਰੱਖੀ ਹੋਵੇ, ਇਸ ਲਈ ਮੈਂ ਉਹਦੇ ਅਸੂਲਾਂ ਦੇ ਖਿਲਾਫ ਨਹੀਂ ਜਾ ਸਕਦੀ। ਤਾਂ ਉਸਨੇ ਕਿਹਾ ਕਿ ਨਹੀਂ, ਉਹਦੇ ਅਸੂਲ ਇਸੇ ਤਰ੍ਹਾਂ ਸਨ ਕਿ ਲੋਕਾਂ ਦਾ ਭਲਾ ਕਰੀਏ, ਪਰ ਭਲੇ ਦਾ ਵੀ ਇੱਕ ਅਸੂਲ ਹੁੰਦਾ। ਜਦੋਂ ਕੋਈ ਭਲਾ ਕਰਦਾ ਤਾਂ ਉਸ ਨੂੰ ਵਾਪਸ ਪਰਮਾਤਮਾ ਬਹੁਤ ਵੱਡੇ ਰੂਪ ਦੇ ਵਿੱਚ ਮੋੜਦਾ ਤੇ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ। ਜੇ ਉਹ ਨਾ ਮੇਰੀ ਮਦਦ ਕਰਦਾ ਤਾਂ ਮੇਰਾ ਕਾਰੋਬਾਰ ਇੰਨਾ ਲੰਮਾ ਚੌੜਾ ਖੜਾ ਨਹੀਂ ਸੀ ਹੋਣਾ, ਇੰਨਾ ਚੱਲਣਾ ਨਹੀਂ ਸੀ। ਉਸਨੇ ਕਿਹਾ ਕਿ ਮੈਂ ਤੁਹਾਨੂੰ ਸ਼ਹਿਰ ਦੇ ਵਿੱਚ ਇੱਕ ਵਧੀਆ ਘਰ ਵੀ ਖਰੀਦ ਕੇ ਦੇ ਦਿੰਦਾ ਹਾਂ। ਕਾਰੋਬਾਰ ਦੇ ਵਿੱਚ ਹਿੱਸੇਦਾਰ ਦੇ ਤੌਰ ਤੇ ਤੁਸੀਂ ਚਾਹੋ ਤਾਂ ਉੱਥੇ ਆ ਸਕਦੇ ਹੋ, ਜੀ ਆਇਆਂ ਨੂੰ। ਪਰ ਜੇ ਨਹੀਂ ਵੀ ਤੁਸੀਂ ਆਉਂਦੇ ਤਾਂ ਵੀ ਤੁਹਾਡੇ ਘਰ ਵਿੱਚ ਬਣਦਾ ਜਿਹੜਾ ਰਕਮ ਹੈ ਉਹ ਮੈਂ ਭੇਜ ਦਿਆ ਕਰਾਂਗਾ। ਸੋ ਉਹ ਰਾਜੀ ਖੁਸ਼ੀ ਜਿਹੜਾ ਸ਼ਹਿਰ ਵਿੱਚ ਕਰ ਲਿਆ, ਉੱਥੇ ਜਾਣ ਲਈ ਤਿਆਰ ਹੋ ਗਈ। ਆਪਣੇ ਬੱਚਿਆਂ ਨੂੰ ਉਸਨੇ ਬਹੁਤ ਵਧੀਆ ਵਿਦਿਆਲਿਆਂ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਜ਼ਿੰਦਗੀ ਇੱਕ ਪਾਸੇ ਜਦੋਂ ਅਜਾਬ ਬਣੀ ਸੀ, ਉੱਥੋਂ ਨਿਕਲ ਕੇ ਹੁਣ ਇੱਕ ਵਾਰ ਫਿਰ ਤੋਂ ਸਿੱਧੇ ਰਸਤੇ ਤੇ ਆ ਗਈ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ? ਸਭ ਤੋਂ ਵੱਡੀ ਸਿੱਖਿਆ ਤਾਂ ਇਹ ਮਿਲਦੀ ਹੈ ਕਿ ਜਦੋਂ ਪਰਮਾਤਮਾ ਨੇ ਸਾਨੂੰ ਕੁਝ ਦਿੱਤਾ ਹੋਵੇ ਨਾ, ਸਾਨੂੰ ਕਿਸੇ ਦੀ ਮਦਦ ਕਰਨ ਜੋਗਾ ਬਣਾਇਆ ਹੋਵੇ, ਤੇ ਉਦੋਂ ਹੱਥ ਪਿੱਛੇ ਨਹੀਂ ਖਿੱਚਣੇ ਚਾਹੀਦੇ, ਉਦੋਂ ਮਦਦ ਜ਼ਰੂਰ ਕਰਨੀ ਚਾਹੀਦੀ ਹੈ।
ਤੇ ਉਸ ਇਨਸਾਨ ਨੇ ਭਾਵੇਂ ਉਹ ਜਹਾਨੋਂ ਚਲਾ ਗਿਆ ਸੀ, ਜਿਹੜੀ ਲੋਕਾਂ ਦੀ ਮਦਦ ਕੀਤੀ ਸੀ, ਉਹਦੇ ਪਰਿਵਾਰ ਦੇ ਅੱਗੇ ਆ ਗਈ, ਉਹਦੀ ਬੱਚੀਆਂ ਦੇ ਅੱਗੇ ਆ ਗਈ। ਦੂਜਾ, ਅਸੀਂ ਕਿੰਨੇ ਵੀ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹੋਈਏ ਤਾਂ ਉਦੋਂ ਵੀ ਇੱਕ ਚੀਜ਼ ਧਿਆਨ ਰੱਖੀਏ ਕਿ ਕੁਦਰਤ ਦੇ ਨਾਲ ਸਾਡਾ ਪ੍ਰੇਮ ਬਰਕਰਾਰ ਰਹੇ। ਜਿਸ ਤਰੀਕੇ ਨਾਲ ਉਸ ਔਰਤ ਨੇ, ਬੇਸ਼ੱਕ ਉਸ 'ਤੇ ਜ਼ੁਲਮ ਹੋ ਰਿਹਾ ਸੀ, ਉਸਨੇ ਇਸ ਦੇ ਬਾਵਜੂਦ ਵੀ ਇੱਕ ਦਰਵੇਸ਼ ਦੀ, ਰੱਬ ਦੇ ਜੀ ਦੀ ਉਸਨੇ ਮਦਦ ਕੀਤੀ ਤੇ ਰੱਬ ਦੇ ਜੀ ਨੇ ਬਰਾਬਰ ਉਹਦੀ ਮਦਦ ਕੀਤੀ। ਅਗਲੀ ਗੱਲ, ਸਾਨੂੰ ਹਮੇਸ਼ਾ ਅਰਦਾਸ ਦੇ ਵਿੱਚ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਅਸੀਂ ਪ੍ਰਮਾਤਮਾ ਦੇ ਅੱਗੇ ਜਦੋਂ ਸੱਚੇ ਦਿਲੋਂ ਅਰਦਾਸ ਕਰਦੇ ਨੇ ਕਿ ਪ੍ਰਮਾਤਮਾ ਸਾਨੂੰ ਬੁਰੇ ਵਕਤ ਵਿੱਚੋਂ ਕੱਢ ਲੈ, ਪ੍ਰਮਾਤਮਾ ਜ਼ਰੂਰ ਸੁਣਦੇ ਨੇ। ਪ੍ਰਮਾਤਮਾ 'ਤੇ ਭਰੋਸਾ ਰੱਖਣ ਵਾਲਾ ਜਿੰਨੀ ਮਰਜ਼ੀ ਮੁਸੀਬਤ ਵੱਡੀ ਹੋਵੇ, ਜਿੰਨਾ ਮਰਜ਼ੀ ਮਾੜਾ ਵੇਲਾ ਹੋਵੇ, ਉਸ ਨੂੰ ਹੌਸਲੇ ਦੇ ਨਾਲ ਉਹ ਸਰ ਕਰ ਜਾਂਦਾ ਹੈ, ਉਸ ਤੋਂ ਪਾਰ ਹੋ ਜਾਂਦਾ, ਉਸ ਤੋਂ ਲੱਗ ਜਾਂਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।